ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਆਂ ਵੱਡੀਆਂ ਖਬਰਾਂ। ਭਗਵੰਤ ਮਾਨ ਸਰਕਾਰ ਪੰਜਾਬ ਦੀਆਂ ਔਰਤਾਂ ਨੂੰ ਦੇਣ ਜਾ ਰਹੀ ਵੱਡਾ ਤੋਹਫਾ। ਬਜਟ ਤੋਂ ਬਾਅਦ ਹੋ ਸਕਦਾ ਵੱਡਾ ਐਲਾਨ। ਸੀਐਮ ਮਾਨ ਦੀ ਪਤਨੀ ਦੇ ਕਾਫਲੇ ਵਿੱਚ ਹੁਣ 15 ਦੀ ਬਜਾਏ ਹੋਣਗੇ 40 ਸੁਰੱਖਿਆ ਕਰਮਚਾਰੀ। ਜਬਰ ਜਨਾਹ ਮਾਮਲੇ ਵਿੱਚ ਜ਼ਮਾਨਤ ਮਗਰੋਂ ਸਿਮਰਜੀਤ ਬੈਂਸ ਜੇਲ੍ਹ ਵਿੱਚੋਂ ਹੋਏ ਰਿਹਾ। ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਰਨਦੀਪ ਕੌਰ ਨਾਲ ਕਰਵਾਇਆ ਵਿਆਹ। ਬੰਦੀ ਸਿੰਘਾਂ ਅਤੇ ਪੰਜਾਬ ਦੇ ਹੋਰ ਮਸਲਿਆਂ ਬਾਰੇ ਲੋਕ ਸਭਾ ਵਿੱਚ ਬੋਲੇ ਗੁਰਜੀਤ ਔਜਲਾ। ਭਗਵੰਤ ਮਾਨ ਸਰਕਾਰ ਪੰਜਾਬ ਦੀਆਂ ਔਰਤਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਅਗਲੇ ਵਿੱਤੀ ਵਰ੍ਹੇ 'ਚ ਔਰਤਾਂ ਨੂੰ 1000 ਰੁਪਏ ਮਹੀਨਾ ਵਿੱਤੀ ਸਹਾਇਤਾ ਦੇਣ ਦੀ ਗਰੰਟੀ ਪੂਰੀ ਕਰਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ਸਰਕਾਰ ਦੀ ਇਸ ਗਰੰਟੀ ਉੱਤੇ ਕਾਫੀ ਖਰਚਾ ਹੋਣਾ ਹੈ, ਇਸ ਲਈ ਹਜੇ ਤੱਕ ਇਸ ਨੂੰ ਟਾਲਿਆ ਜਾ ਰਿਹਾ ਸੀ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਵਿੱਤੀ ਬੋਝ ਬਾਰੇ ਵਿਉਂਤਬੰਦੀ ਕੀਤੀ ਜਾਣ ਲੱਗੀ ਹੈ। ਸੰਭਾਵੀ ਤੌਰ ਤੇ 2024 ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੂਬਾ ਸਰਕਾਰ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਹੈ। ਹਾਲਾਂਕਿ ਇਸ ਗਰੰਟੀ ਨੂੰ ਫੌਰੀ ਲਾਗੂ ਕਰਨਾ ਵਿੱਤੀ ਤੌਰ ਤੇ ਸਰਕਾਰ ਲਈ ਕਾਫੀ ਮੁਸ਼ਕਲ ਕੰਮ ਹੈ। ਸਰਕਾਰੀ ਸੂਤਰਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੇਸ਼ੱਕ ਇਹ ਗਰੰਟੀ ਬਜਟ ਤਜਵੀਜ਼ਾਂ ਦਾ ਹਿੱਸਾ ਨਾ ਹੋਵੇ, ਪਰ ਸਰਕਾਰ ਇਸ ਦਾ ਮਗਰੋਂ ਐਲਾਨ ਕਰੇਗੀ। ਵਿੱਤੀ ਵਿਭਾਗ ਦੇ ਸੂਤਰ ਆਖਦੇ ਹਨ ਕਿ ਇਸ ਵਾਸਤੇ ਸਾਲਾਨਾ ਤਕਰੀਬਨ 1 ਕਰੋੜ ਰੁਪਏ ਦੀ ਲੋੜ ਹੈ। ਅਧਿਕਾਰੀ ਦੱਸਦੇ ਹਨ ਕਿ ਇਸ ਗਰੰਟੀ ਨੂੰ ਪੜਾਅਵਾਰ ਅਮਲ ਵਿੱਚ ਲਿਆਂਦਾ ਜਾਵੇਗਾ। ਦੱਸਦੇ ਕਿ ਕੁਝ ਸਮਾਂ ਪਹਿਲਾਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਵੀ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਗਰੰਟੀ ਉੱਤੇ ਵੱਡਾ ਬਿਆਨ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਮਾਨ ਸਰਕਾਰ ਛੇਤੀ ਹੀ ਔਰਤਾਂ ਨੂੰ 1000 ਰੁਪਏ ਦੀ ਗਰੰਟੀ ਪੂਰੀ ਕਰੇਗੀ। ਜੀ ਅਸੀਂ ਆਪਣਾ, ਕਿਉਂਕਿ ਮੇਰਾ ਡਿਪਾਰਟਮੈਂਟ ਔਰਤਾਂ ਨਾਲ ਸੰਬੰਧਿਤ ਹੈ, ਅਸੀਂ ਪੂਰਾ ਡਾਟਾ ਵੀ ਤਿਆਰ ਕਰ ਰਹੇ ਹਾਂ ਵੀ ਕਿੰਨੇ ਹੋਰ ਸਾਨੂੰ ਬਜਟ ਦੀ ਲੋੜ ਪਏਗੀ। ਤੋ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਅਸੀਂ ਇਹ ਖੁਸ਼ਖਬਰੀ ਆਪਣੀ ਪੰਜਾਬ ਦੀਆਂ ਮਹਿਲਾਵਾਂ ਨੂੰ ਦੇਵਾਂਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੀ ਸੁਰੱਖਿਆ ਵਿੱਚ ਲੱਗੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਉਹਨਾਂ ਦੇ ਨਾਲ 15 ਪੁਲਿਸ ਮੁਲਾਜ਼ਮ ਹੁੰਦੇ ਸਨ, ਹੁਣ ਉਹਨਾਂ ਦੀ ਸੁਰੱਖਿਆ ਵਿੱਚ 40 ਦੇ ਕਰੀਬ ਜਵਾਨ ਤੈਨਾਤ ਹੋਣਗੇ। ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਸਪੈਸ਼ਲ ਟਾਸਕ ਫੋਰਸ ਯੂਨਿਟ AK ਪਾਂਡੇ ਨੇ ਸਾਰੇ ਜ਼ਿਲ੍ਹਾ ਮੁਖੀਆਂ, ਪੁਲਿਸ ਕਮਿਸ਼ਨਰਾਂ ਅਤੇ ਪੁਲਿਸ ਰੇਂਜਾਂ ਦੇ ਮੁਖੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਲਈ ਸੁਰੱਖਿਆ ਕਵਰ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ADGP ਪਾਂਡੇ ਨੇ ਕਿਹਾ ਕਿ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਦੌਰਿਆਂ ਦੌਰਾਨ ਲੋਕ ਅਕਸਰ ਸੁਰੱਖਿਆ ਘੇਰਾ ਤੋੜ ਕੇ ਉਹਨਾਂ ਤੱਕ ਪਹੁੰਚ ਜਾਂਦੇ ਹਨ, ਜਿਸ ਕਰਕੇ ਸੁਰੱਖਿਆ ਵਿੱਚ ਇਜ਼ਾਫਾ ਕੀਤਾ ਗਿਆ ਹੈ। ਉਹਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਲਈ ਇੱਕ ਢੁਕਵੀਂ ਸੁਰੱਖਿਆ ਰਿੰਗ ਨੂੰ ਯਕੀਨੀ ਬਣਾਉਣ ਲਈ ਘੱਟੋ-ਘੱਟ 20 ਤੋਂ 25 ਕਰਮਚਾਰੀਆਂ ਦੀ ਇੱਕ ਮਜ਼ਬੂਤ ਸੁਰੱਖਿਆ ਘੇਰਾਬੰਦੀ ਕੀਤੀ ਜਾ ਸਕਦੀ ਹੈ। ਹਾਲਾਂਕਿ CM ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੀ ਸੁਰੱਖਿਆ ਤਾਂ ਵਧਾ ਦਿੱਤੀ ਗਈ ਹੈ, ਪਰ ਸੁਰੱਖਿਆ ਵਧਾਉਣ ਉੱਤੇ ਹੁਣ ਵਿਰੋਧੀ ਪਾਰਟੀਆਂ ਵੱਲੋਂ ਵੱਡੇ ਨਿਸ਼ਾਨੇ ਸਾਧੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਵੱਡੇ ਸਵਾਲ ਖੜੇ ਕੀਤੇ ਹਨ। ਲੋਕ ਇਨਸਾਫ ਪਾਰਟੀ ਦੇ ਮੁਖੀ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ 10 ਫਰਵਰੀ ਨੂੰ ਬਰਨਾਲਾ ਜੇਲ੍ਹ ਵਿੱਚ ਰਿਹਾ ਹੋ ਗਏ ਹਨ। ਸਿਮਰਜੀਤ ਬੈਂਸ ਨੂੰ ਜਬਰ ਜਨਾਹ ਦੇ ਕੇਸ ਸਮੇਤ 16 ਹੋਰ ਮਾਮਲੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਬੈਂਸ ਨੇ ਸੈਸ਼ਨ ਕੋਰਟ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਅਤੇ ਉਸ ਨੂੰ ਰੱਦ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ। ਸਿਮਰਜੀਤ ਬੈਂਸ ਨੂੰ ਇੱਥੋਂ ਰਾਹਤ ਮਿਲੀ ਹੈ। ਲੁਧਿਆਣਾ ਜੇਲ੍ਹ 'ਚ ਬੈਂਸ ਨੂੰ ਖਤਰਾ ਹੋਣ ਕਾਰਨ ਉਹਨਾਂ ਨੂੰ ਬਰਨਾਲਾ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਸੀ। ਜੇਲ੍ਹ 'ਚੋਂ ਰਿਹਾਈ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਪੰਜਾਬੀਆਂ ਦੀਆਂ ਦੁਆਵਾਂ ਦਾ ਧੰਨਵਾਦ ਕਰਦਾ। ਗੁਰੂ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਦੋਨੋਂ ਹੱਥ ਜੋੜ ਕੇ ਧੰਨਵਾਦ। ਤੇ ਸਭ ਤੋਂ ਵੱਡਾ ਜਿਹਦੇ 'ਚ ਮੇਰਾ ਵਿਸ਼ਵਾਸ ਹੈ, ਜਿਹੜਾ ਮੇਰੇ ਲਈ ਦੇਵਤਾ, ਜਿਹੜਾ ਮੇਰੇ ਲਈ ਨਿਆਂ ਦਾ ਮੰਦਰ ਹੈ, ਉਹ ਮਾਨਯੋਗ ਹਾਈ ਕੋਰਟ, ਜਿਹਨੇ ਜ਼ਮਾਨਤ ਦੇਣ ਲੱਗਿਆ ਸੱਚਾਈ ਨੂੰ ਦੇਖ ਕੇ ਟਿੱਪਣੀਆਂ ਕੀਤੀਆਂ ਨੇ, ਉਹਨਾਂ ਟਿੱਪਣੀਆਂ ਦੀ ਬਦੌਲਤ ਅੱਜ ਸੰਗਤ ਦਾ ਉਤਸ਼ਾਹ। ਮੈਂ ਤੁਹਾਡੇ ਜਰੀਏ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਮੇਰੇ ਉੱਤੇ 26 ਮੁਕੱਦਮੇ, ਜਿਨ੍ਹਾਂ ਦੇ ਵਿੱਚੋਂ 16 ਦੀ ਹੁਣ ਵੇਲ ਹੋਈ ਆ, ਤੇ ਹੁਣ ਆਖਰੀ ਹੱਥਕੰਡਾ ਧਮਕੀ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੈਨੂੰ ਵੜਦਾ ਅਸੀਂ ਦੂਰ ਸਵਾਏ ਹੋਏ। ਮੈਂ ਡਰਨ ਵਾਲਾ ਨਹੀਂ, ਮੇਰਾ ਆਖਰੀ ਸਵਾਸ ਪੰਜਾਬੀਆਂ ਦੀ ਸੇਵਾ ਦੇ ਵਿੱਚ, ਕਰਪਸ਼ਨ ਖਤਮ ਕਰਨ ਦੇ ਵਿੱਚ, ਅਨਿਆਂ ਕਰਨ ਵਾਲੇ ਲੋਕਾਂ ਦੇ ਵਿਰੁੱਧ ਪੰਜਾਬੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਦਾ ਆਖਰੀ ਸਵਾਸ ਤੱਕ ਵਾਅਦਾ। ਵਾਰਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਵਿਆਹ ਦੇ ਬੰਧਨ ਵਿੱਚ ਬੰਝ ਗਏ ਹਨ। ਉਹਨਾਂ ਨੇ ਇੰਗਲੈਂਡ ਦੀ ਪ੍ਰਵਾਸੀ ਭਾਰਤੀ ਕਿਰਨਦੀਪ ਕੌਰ ਨਾਲ ਵਿਆਹ ਕਰਵਾਇਆ ਹੈ ਅਤੇ ਦੋਵਾਂ ਦਾ ਵਿਆਹ ਬਾਬਾ ਬਕਾਲਾ ਨੇੜੇ ਪਿੰਡ ਜਲੋਲਪੁਰ ਖੇੜਾ ਦੇ ਗੁਰੂ ਘਰ ਵਿਖੇ ਹੋਇਆ। ਵਿਆਹ ਦੇ ਪ੍ਰੋਗਰਾਮ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜੇ ਸੰਯੋਗ ਬਣੇ
ਉਹਦੇ 'ਚ ਜਿਹੜਾ ਵਿਆਹ ਸ਼ਾਦੀ ਦਾ ਕੋਈ ਵੀ ਸਮਾਗਮ ਹੈ ਉਹ ਇਦਾਂ ਦਾ ਹੋਣਾ ਚਾਹੀਦਾ ਵੀ ਨਾ ਅਗਲਿਆਂ ਤੇ ਕੋਈ ਬੋਝ ਪਵੇ ਨਾ ਸਾਡੇ ਤੇ ਪਵੇ। ਇੱਕ ਦਿਨ ਦੀ ਇਹ ਖੁਸ਼ੀ ਪਰਿਵਾਰਕ ਹੈ, ਇਹਨੂੰ ਨਿੱਜੀ ਤੌਰ ਤੇ ਮਨਾਉਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਲੈ ਕੇ ਜਿਹੜਾ ਇਹ ਜੀਵਨ ਹੈ, ਗ੍ਰਸਥ ਜੀਵਨ ਜਿਹੜਾ ਸਤਿਗੁਰੂ ਦਾ ਹੁਕਮ ਹੀ ਹੈ, ਉਹਨੂੰ ਸ਼ੁਰੂ ਕਰਨਾ ਚਾਹੀਦਾ। ਸੋ ਸਾਦਗੀ ਸਭ ਤੋਂ ਜ਼ਰੂਰੀ ਹੈ। ਠੀਕ ਹੈ, ਤੇ ਤੁਸੀਂ ਨਕੋਦਰ ਤੋਂ ਇੱਥੇ ਸ਼ਿਫਟ ਕਰ ਲਿਆ ਵਿਆਹ ਦੀ ਆਪਣਾ ਵੈਨਿਊ, ਉਹਦੇ ਪਿੱਛੇ ਕੋਈ ਖਾਸ ਕਾਰਨ? ਦੇਖੋ, ਇਹੋ ਹੀ ਸਾਡਾ, ਮੈਂ ਬੇਨਤੀ ਵੀ ਕਰਨੀ ਹੈ ਮੀਡੀਆ ਨੂੰ ਵੀ ਕਈ ਵਾਰ ਨਾ ਕੁਝ ਚੀਜ਼ਾਂ ਆਪਾਂ ਪ੍ਰਾਈਵੇਟ ਰੱਖਣਾ ਚਾਹੁੰਦੇ ਹਾਂ। ਮੈਂ ਪਬਲਿਕ ਦੇ ਵਿੱਚ ਵਿਚਰਦਾ, ਮੈਂ ਨਹੀਂ ਚਾਹੁੰਦਾ ਵੀ ਮੇਰਾ ਪਰਿਵਾਰ ਜਿਹੜਾ ਵਾ ਉਹ ਪਬਲਿਕ ਦੇ ਵਿੱਚ ਉਹਨਾਂ ਦਾ ਕੋਈ ਤਸਵੀਰਾਂ ਸਾਹਮਣੇ ਆਉਣ। ਸੋ ਇਹ ਬੇਨਤੀ ਵੀ ਹੈ ਵੀ ਜਿਹੜੀ ਪ੍ਰਾਈਵੇਟ ਲਾਈਫ ਹੈ ਇਹਨੂੰ ਪ੍ਰਾਈਵੇਟ ਰਹਿਣ ਦਿੱਤਾ ਜਾਵੇ। ਇਸ ਕਰਕੇ ਸਾਨੂੰ ਇਹ ਮੁਸ਼ਕਲ ਦੀ ਵਜ੍ਹਾ ਕਰਕੇ ਸਾਨੂੰ ਇਹ ਸ਼ਿਫਟ ਕਰਨਾ ਪਿਆ, ਕਿਉਂਕਿ ਉੱਥੇ ਮੀਡੀਆ ਜਿਹੜਾ ਸੀ ਅਸੀਂ ਅਵੋਇਡ ਨਹੀਂ ਸੀ ਕਰ ਸਕਦੇ। ਇਮੀਡੀਏਟਲੀ ਸਾਨੂੰ ਇਹ ਪਲਾਨ ਚੇਂਜ ਕਰਨੇ ਪਏ। ਸੋ ਇਹ ਬੇਨਤੀ ਅੱਗੇ ਤੋਂ ਵੀ ਹੈ ਵੀ ਤੁਸੀਂ ਇਹਨਾਂ ਚੀਜ਼ਾਂ ਤੋਂ ਤੇ ਆਪਾਂ ਥੋੜ੍ਹਾ ਜਿਹਾ ਜਿਵੇਂ ਸੈਂਸੇਸ਼ਨ ਦੇ ਰੂਪ ਦੇ ਵਿੱਚ ਫੋਟੋਆਂ ਲਾਉਣੀਆਂ ਹੈ, ਪਹਿਲਾਂ ਕਿਸੇ ਗਲਤ ਕੁੜੀ ਦੀਆਂ ਫੋਟੋਆਂ ਚਲਾਈਆਂ ਗਈਆਂ, ਫਿਰ ਦੁਬਾਰਾ ਫਿਰ ਚਲਾਈਆਂ ਜਾ ਰਹੀਆਂ। ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਇਦਾਂ ਨਹੀਂ ਕਰਨਾ ਚਾਹੀਦਾ, ਬਿਨਾਂ ਇਜਾਜ਼ਤ ਤੋਂ, ਬਿਨਾਂ ਕਿਸੇ ਦੀ ਅਥਾਰਟੀ ਤੋਂ ਇਹ ਕੰਮ ਨਹੀਂ ਕਰਨਾ ਚਾਹੀਦਾ। ਅੱਛਾ, ਵੈਸੇ ਅਚਾਨਕ ਕੱਲ ਖਬਰ ਨਿਕਲੀ ਕਿ ਤੁਸੀਂ ਵਿਆਹ ਕਰਵਾ ਰਹੇ ਹੋ, ਉਹਦਾ ਪਰਿਵਾਰ ਦੇ ਵਿੱਚ ਲੰਬੇ ਸਮੇਂ ਤੋਂ ਪਲੈਨਿੰਗ ਚੱਲ ਰਹੀ ਸੀ? ਮੈਂ 1 ਸਾਲ ਤੋਂ ਮੈਂ ਜਿਹੜਾ ਸੀ ਅਸੀਂ ਆਲਰੇਡੀ ਵਿਆਹ ਦੀ ਗੱਲ ਚੱਲ ਰਹੀ ਸੀ। ਸੋ ਇਸ ਕਰਕੇ ਇਹ ਜਿਹੜਾ ਲੰਮੇ ਸਮੇਂ ਦੀ ਪਲੈਨਿੰਗ ਹੈ, ਪਰ ਉਹ ਜਦੋਂ ਮੈਂ ਪਹਿਲਾਂ ਕਿਹਾ ਵੀ ਕੁਝ ਚੀਜ਼ਾਂ ਨੂੰ ਆਪਾਂ ਨੂੰ ਪਰਸਨਲ ਰੱਖਣਾ ਪੈਂਦਾ। ਵੈਸੇ ਪਰਸਨਲ ਹੈ, ਤੁਸੀਂ ਸਰਦਾਰਨੀ ਜੀ ਨੂੰ ਪਹਿਲਾਂ ਤੋਂ ਜਾਣਦੇ ਸੀ? ਹਾਂਜੀ, ਮੈਂ ਪਹਿਲਾਂ ਤੋਂ ਜਾਣਦਾ। ਅੱਛਾ ਜੀ। ਸਿੰਘ ਸਾਹਿਬ, ਜਿਸ ਤਰ੍ਹਾਂ ਅਕਾਲ ਤਖਤ ਜਥੇਦਾਰ ਦੀ ਗੱਲ ਕੀਤੀ ਜਾਵੇ, ਤੁਸੀਂ ਵੀ ਜਿਹੜਾ ਇੱਕ ਮੈਸੇਜ ਦਿੱਤਾ ਹੈ ਕਿ ਤੁਹਾਨੂੰ ਲੱਗਦਾ ਨਹੀਂ ਸਿੰਘ ਸਾਹਿਬ ਨੂੰ ਇੱਕ ਮੈਸੇਜ ਦੇਣਾ ਚਾਹੀਦਾ ਜਿਹੜੇ ਲੋਕ ਨੇ, ਸੰਗਤਾਂ ਨੇ ਉਸੇ ਤਰ੍ਹਾਂ ਅਪਣਾਉਣ, ਸਾਦਾ ਵਿਆਹ ਕਰਨਾ? ਦੇਖੋ, ਇਹ ਜ਼ਰੂਰੀ ਹੈ। ਮੈਂ ਅੱਗੇ ਵੀ ਕਈਆਂ ਥਾਵਾਂ ਤੇ ਇਹ ਗੱਲ ਕੀਤੀ ਹੈ ਵੀ ਇਹ ਪਰਿਵਾਰਕ ਦੀ ਰਸਮ ਹੈ, ਦੋ ਪਰਿਵਾਰਾਂ ਦਾ, ਦੋ ਜੀਆਂ ਦਾ ਮੇਲ ਹੈ। ਸਤਿਗੁਰ ਦੀ ਹਜ਼ੂਰੀ ਚਾਹੀਦੀ ਹੈ, ਹੋਰ ਕੁਝ ਬਹੁਤਾ ਨਹੀਂ ਚਾਹੀਦਾ ਤਾਮਝਾਮ। ਸੋ ਜਿੰਨਾ ਸਾਦਾ ਹੋ ਸਕੇ ਉਨਾ ਚੰਗਾ ਹੈ। ਆਪਾਂ ਲੋਕ ਦਿਖਾਵੇ ਦੇ ਵਿੱਚ ਆ ਕੇ ਲੱਖਾਂ ਕਰੋੜਾਂ ਰੁਪਏ ਖਰਚੀਏ ਤੇ ਫਿਰ ਕੋਈ ਤੇ ਖਰਚ ਸਕਦਾ, ਪਰ ਦੂਜਿਆਂ ਨੂੰ ਅੱਡੀਆਂ ਚੁੱਕ ਕੇ ਫਾਹ ਲੈਣਾ ਪੈਂਦਾ ਜਿਨ੍ਹਾਂ ਕੋਲ ਨਹੀਂ ਹੁੰਦਾ। ਦਾਜ ਦੇਜ ਇਹੋ ਜਿਹੀ ਜਿਹੜੀ ਸਮੱਸਿਆ ਪੰਜਾਬ ਦੇ ਵਿੱਚ ਮਾੜੀ ਮੋਟੀ ਹੈਗੀ, ਇਹਨੂੰ ਖਤਮ ਕਰਨਾ ਚਾਹੀਦਾ। ਵਿਆਹ ਇਦਾਂ ਦੀ ਰਸਮ ਹੋਣੀ ਚਾਹੀਦੀ ਵੀ ਜਿੱਥੇ ਕਿਸੇ ਨੂੰ ਇੱਕ ਦਿਨ ਪਹਿਲਾਂ ਵੀ ਚਿੰਤਾ ਨਾ ਹੋਵੇ। ਇਹ ਆਮ ਰਸਮੀ ਤੌਰ ਤੇ ਜਿਵੇਂ ਕਿਤੇ ਮਹਾਰਾਜ ਦੀ ਅਖੰਡ ਪਾਠ ਸਾਹਿਬ ਰਖਾਇਆ ਹੈ, ਇਦਾਂ ਦੀ ਰਸਮ ਹੋਵੇ ਤਾਂ ਜੋ ਕੁੜੀ ਦੇ ਪਰਿਵਾਰ ਨੂੰ ਜਾਂ ਕਿਸੇ ਵੀ ਪਰਿਵਾਰ ਨੂੰ ਇਹ ਚਿੰਤਾ ਨਾ ਹੋਵੇ ਕਿ ਅਸੀਂ ਵਿਆਹ ਕਰ ਰਹੇ ਹਾਂ। ਤੁਹਾਡੇ ਵਿਆਹ ਕਾਰਜ 'ਚ ਕਿੰਨੇ ਲੋਕ ਸ਼ਾਮਲ ਹੋ ਸਕੇ? ਤੁਹਾਡੇ ਘਰੋਂ ਕਿੰਨੇ ਸੀ? ਕੁੜੀ ਮਤਲਬ ਬਹੁਤ ਨੇੜਦੇ ਜਿਹੜੇ ਸੀ ਸਿੰਘ ਸੀ, ਪਰਿਵਾਰ ਦੇ ਜੀ ਸੀ, ਰਿਸ਼ਤੇਦਾਰ ਸੀ ਕੁਝ, ਤੇ ਬਹੁਤ ਲਿਮਿਟਡ ਬੰਦੇ ਸੀ 50 ਦੇ ਕਰੀਬ। ਸਿੰਘ ਸਾਹਿਬ, ਅੱਗੇ ਸਮਾਗਮ ਰੱਖੇ ਗਏ ਨੇ, ਫਿਰ ਰੂਪ ਰੇਖਾ ਨਹੀਂ ਉਦਾਂ ਹੀ ਚੱਲੇਗੀ ਜਿਵੇਂ ਸਮਾਗਮ ਦੀ ਰੂਪ ਰੇਖਾ। ਕਲੀਅਰ ਕਰ ਦਿਓ ਵੀ ਤੁਹਾਡਾ ਜਿਹੜਾ ਪਰਿਵਾਰ ਹੈ ਉਹ ਕੈਨੇਡਾ ਤੋਂ ਹੈ ਕਿ ਯੂਕੇ ਤੋਂ ਹੈ, ਕਿਉਂਕਿ ਇਹ ਵੀ ਬੜੀ ਗੱਲ ਦੇ ਕਿਹੜਾ ਪਰਿਵਾਰ? ਜਿਹੜਾ ਤੁਹਾਡੇ ਸਹੁਰਾ ਪਰਿਵਾਰ ਨਹੀਂ, ਉਹ ਯੂਕੇ ਤੋਂ ਨੇ। ਭਾਈ ਸਾਹਿਬ, ਤੁਹਾਡੇ ਕੋਲੋਂ ਇੱਕ ਵੱਖਰਾ ਸੁਨੇਹਾ ਦਿੱਤਾ ਜਾਂਦਾ ਹੈ ਆਮ ਜਿਹੜੇ ਨੌਜਵਾਨ ਨੇ ਵੀ ਤੁਸੀਂ ਬਾਹਰ ਨਹੀਂ ਜਾਣਾ, ਇੱਥੇ ਰਹੋ। ਸੋ ਹੁਣ ਜਿਹੜੇ ਤੁਸੀਂ ਪਰਿਵਾਰ, ਤੁਸੀਂ ਆਪ ਇੱਥੇ ਰਹੋਗੇ, ਪਰਿਵਾਰ ਤੁਹਾਡਾ ਇੱਥੇ ਰਹੂਗਾ ਕਿ ਤੁਸੀਂ ਵੀ ਬਾਹਰ? ਨਹੀਂ, ਅਸੀਂ ਦੇਖੋ ਪਰਿਵਾਰ ਅਸੀਂ ਤੇ ਉੱਥੋਂ ਲੈ ਕੇ ਆਏ ਹਾਂ। ਇਸ ਸੁਨਾਹ ਦੇ ਮੁਤਾਬਕ ਅਸੀਂ ਜਿਹੜਾ ਕਹਿੰਦੇ ਆ ਵੀ ਰਿਵਰਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਹੈ, ਵੀ ਰਿਵਰਸ ਮਾਈਗ੍ਰੇਸ਼ਨ ਹੈ ਜਿਹੜਾ ਵਾ ਉਹ ਪਰਿਵਾਰ ਤੇ ਚਲੋ ਬਾਹਰ ਜਾਊਗਾ ਹੀ, ਪਰ ਮੈਂ ਤੇ ਮੇਰੀ ਸਿੰਘਣੀ ਇੱਥੇ ਰਵਾਂਗੇ। ਸਿੰਘਣੀ ਇੱਥੇ ਰਹਿਣ? ਇੱਥੇ ਰਹਿਣ। ਠੀਕ ਹੈ ਜੀ, ਧੰਨਵਾਦ। ਕਾਂਗਰਸ ਦੇ ਸੀਨੀਅਰ ਆਗੂ ਗੁਰਜੀਤ ਔਜਲਾ ਨੇ ਲੋਕ ਸਭਾ ਵਿੱਚ ਬੰਦੀ ਸਿੰਘਾਂ ਸਮੇਤ ਪੰਜਾਬ ਦੇ ਮਸਲਿਆਂ ਬਾਰੇ ਆਵਾਜ਼ ਉਠਾਈ ਅਤੇ ਕੇਂਦਰ ਸਰਕਾਰ ਉੱਤੇ ਵੀ ਵੱਡੇ ਨਿਸ਼ਾਨੇ ਸਾਧੇ। मानयोग बजट पेश कर रहे थे तो एक जादुई आंकड़े थे जो देखने के लिए बहुत अच्छे लगते हैं, जब धरातल पे उतरेंगे तो उनका कोई असर और तरह का रहता है। क्योंकि जब बजट पेश होना है तो सबसे ज़्यादा हमारा ध्यान जो नौजवान पीढ़ी है जिसने देश को आगे लेके जाना है उसके ऊपर होना चाहिए। लेकिन इसके साथ साथ कल जब प्राइम मिनिस्टर जी बोल रहे थे तो उनका तो बड़ा दिल होना चाहिए, बड़ी बात, बड़ा दिल, इससे ज़्यादा तो कोई उपाधि नहीं है। प्राइम मिनिस्टर सबसे ऊपर रहते हैं। तो मैं उनके ऊपर एक बात कहना चाहता हूँ, एक शेर है, दिल बदला हवा बदली निज़ामे जिंदगी बदला। दिल भी बदल गया प्राइम मिनिस्टर साहब, हवा गुजरात से दिल्ली आ गई, दिल्ली से अमेरिका चले गई, निज़ामे जिंदगी बदला। 12-12 लाख का सूट, 800 करोड़ का जहाज पे सफर कर रहे हैं। सुकून मिलता जहां दिल को न तक न वो मुकाम आया। अब इसके आगे आप क्या चाहिए? आपने कहा कल के हमारे विपक्ष जो है वो गाली देता है। प्राइम मिनिस्टर साहब, विपक्ष नहीं, आपको कोई आदमी भी गाली नहीं दे सकता, आप हमारे भी प्राइम मिनिस्टर हैं। कोई आदमी हिम्मत नहीं कर सकता आपके अगेंस्ट बोलने की, आप हमारे भी प्राइम मिनिस्टर हैं। लेकिन आलोचना तो सुननी पड़ेगी। इस हाउस में आप आलोचना भी नहीं सुनेंगे तो उसको गाली का नाम देंगे, ये हमें बहुत बुरा लगा है प्राइम मिनिस्टर साहब। ये हम आपको
शादी देते हैं कि कोई आदमी आपकी तरफ गाली नहीं निकाल सकता इस देश में। सो मेरा कहने का है, ये बजट को अमृत बजट का नाम दिया गया और मैं बहुत ज्यादा जो ध्यान है आपका नौजवान पीढ़ी की तरफ ले जाना चाहता हूं। अमृत पीढ़ी का एक नाम दिया गया उनको कि अमृत पीढ़ी, आगे अमृत पीढ़ी शुरू होगी। अमृत पीढ़ी जिसमें बेरोजगारी की दर जो है वो बताई गई है 18-19 और 20-21 का। 18-19 में 5% 8% थी और 20-21 में 4.2% थी। लेकिन जो CMI सेंटर मॉनिटरिंग ऑफ इंडिया है उसके मुताबिक 21-22 की जो बेरोजगारी दर है 7.1% है और ये मान के चलिए कि ये सबसे ज्यादा नौजवान बेरोजगार है। वो बेरोजगार नौजवान का शोषण हो रहा है। जब पेपर दिए जाते हैं कहीं पेपर लीक हो रहा है, ये 1,000 पोस्ट निकलती है तो 10-10 लाख लोग उसको अप्लाई करते हैं। 50-50 लाख राजस्थान हो, बिहार हो, कहीं भी हो, आप इसकी चिंता मत कीजिए, मैं देश की बात कर रहा हूं। लेकिन जॉब तो मिलनी दूर की बात है, कहीं मिल भी जाती है तो उसके बाद वो कैंसिल हो जाता है। तो कम से कम आप स्टेट की बात मत कीजिए, आप यूनियन गवर्नमेंट हैं, आप कोई ऐसा मैकेनिज्म डेवलप कीजिए कि ये बात देश के नौजवानों के साथ खिलवाड़ ना हो। अब देश का नौजवान सुबह से लेकर दोपहर तक वर्जिश करता था, एक उसका ध्यान था कि आर्मी में भर्ती हो जाएंगे, अब वो भी प्राइवेट हो रही है, अग्निवीर बन रहे हैं। अब अग्निवीर को शिक्षित कर हम अंडर डेवलप्ड कंट्री हैं, हम डेवलप्ड कंट्री नहीं है। जब वो हमारे समाज में आएंगे तो बहुत कुरीतियां हैं हमारे समाज में, हम लोग सब नीचे से आते हैं। तो मैं रिक्वेस्ट करना चाहता हूं कि इसके साथ साथ जो नौजवान वर्ग है उसको सही तरीके का आईना दिखाइए कि ये इस देश की स्थिति है। आप पेंट चाहे जितना मर्जी कर ले, लेकिन जो नींव कमजोर होगी तो वो ऊपर अच्छा मकान नहीं बन सकता, ये हमारा मानना है। प्रधानमंत्री कुशल विकास योजना में आपने कोडिंग, आर्टिफिशियल इंटेलिजेंस, रोबोटिक, 3D प्रिंटिंग, ड्रोन्स और सॉफ्टवेयर की बात की है कि इसमें जो नौजवान है उनको ट्रेनिंग दी जाएगी, स्किल सेंटर बनेंगे। लेकिन मैं कहना चाहता हूं 2015 में स्किल इंडिया बना था, जिसकी अब तक कितने लोग उसमें कामयाब हुए, कितने लोगों को रोजगार मिला, इसकी कोई आंकड़े नहीं है। बजट 2017 में हमारे स्वर्गीय जेटली जी ने बजट पेश किया था, 100 स्किल इंडिया इंटरनेशनल सेंटर बनेंगे। लेकिन पहले सेंटर का उद्घाटन कब हुआ है? 16 अप्रैल 2022 को धर्मेंद्र प्रधान जी भुवनेश्वर में करके आए। सर ये जो नौजवान जिसकी आप बात सेशन में या बजट सेशन में करते हैं या पार्लियामेंट में करते हैं कि हम इतना दिशा दिखा रहे हैं, फ्यूचर ये इंडिया का बनेगा, 2022 से लेकर 2027 की बात करते हैं कि ये 2022 से लेकर 2027 का अमृतकाल चलेगा। लेकिन ये अमृतकाल कैसे चलेगा? पहला स्किल सेंटर आपका 6 साल में एक बनता है। अब उनको बोल दिया गया है कि अब आगे भी स्किल सेंटर जो है वो और बनाएंगे। सर इससे क्या हो रहा है? ब्रेन ड्रेन हो रहा है। 11 लाख स्टूडेंट बाहर पढ़ने जाता है। आपका जो बजट है स्टडी का 2.4 लाख करोड़ आपका बच्चे जो है वो बाहर फीसें पढ़ते हैं, बाहर जा रहे हैं, जिसमें पंजाब में भी करीब 35,000 करोड़ बच्चे जो हैं वो बाहर जा रहे हैं। 35,000 करोड़ जो रुपए हैं वो फीस के एवज में बाहर जा रहे हैं। सर वो बाहर ही नहीं जा रहे, वो पीढ़ियां बाहर सेटल हो जाएंगी। जब वो पीढ़ी बाहर सेटल हो जाएगी तो आप बताइए कि जो अच्छा ब्रेन है वो तो बाहर चला गया, तो आप कैसे करेंगे? उनको रोकना होगा हमें। अब पंजाब की मैं बात करता हूं सर, पंजाब जो गुरुओं की धरती के नाम से जाना जाता है, देश की अर्थव्यवस्था में सबसे बड़ा हिस्सा पंजाब ने डाला है। इनकी जरूरत पड़ी तब देश की आजादी से पहले 80% कुर्बानियां जो रस्से गलों में डाले वो पंजाब के लोगों ने फांसी पे हंस के चढ़े। लेकिन पंजाब के ऊपर सबसे ज्यादा कर्जा 3 लाख करोड़ का हो गया सर। अभी हमारे अकाली दल के सांसद बोल के गए हैं, लेकिन सर मैं कहना चाहता हूं पंजाब के ऊपर जो कर्ज है वो हमारे लिए खतरा है। आप पंजाब का कर्ज उतारिए, नहीं तो जो हमारा नौजवान बॉर्डर के ऊपर लड़ता है, जो बॉर्डर के ऊपर नौजवान लड़ता है वो आप कहां से लेके आएंगे? क्योंकि हमारे नौजवान बाहर को जा रहे हैं। सर उसके आगे मैं कहना चाहता हूं पंजाब में बेरोजगारी की दर बढ़ रही है, ड्रग्स की बड़ी समस्या है, उसके ऊपर कोई नहीं बोला गया।
इंडस्ट्री की आप बात कर रहे हो, सारे देश में इंडस्ट्री आ रही है, लेकिन पंजाब में कोई भी इंडस्ट्री नहीं आ रही। आपने SEZ हिमाचल में दे दिया है, SEZ जम्मू में दे दिया, हमारी जो इंडस्ट्री वो भी वहां चले गई है। पंजाब को SEZ की कोई जरूरत नहीं है क्या? बॉर्डर एरिया है हमारे, और बड़े मुश्किलात है सर, वहां ड्रोन एंटी ड्रोन सिस्टम सेटल करना है, उसके लिए आप प्लीज कंक्लूड सर, प्लीज सम मोर मेंबर्स हैव टू स्पीक इन योर पार्टी। बंदी सिंहों का मसला है, जो लोग सजा पूरी कर चुके संविधान के तहत, अब ये तो मानेंगे ना कि उनको तो छोड़ना होगा, लेकिन उनको अब नहीं छोड़ रहे सर। दविंदर सिंह भुल्लर सर प्लीज, उसकी सेहत खराब है, ऐसे लोगों को तो छोड़िए सर। उसके अलावा काम क्या हो रहा है? बाबा राम रहीम को छोड़ा जा रहा है सर, वो लोग जिसके ऊपर रेप के अंदर बंद। सर प्लीज सर, टाइम दीजिए सर, जरूरी है सर, 5.5 घंटे के बाद पहला स्पीकर है सर, टाइम दीजिए सर। उसको छोड़ा जा रहा है सर, उससे हमारे माहौल खराब हो रहे हैं, इनके लोग जाकर उनको नतमस्तक हो रहे हैं, उनके ऊपर बड़े बड़े ब्लेम है सर। सर मैं अमृतसर की बात बजट कंक्लूड कर रहा हूं सर। एम्स में सर उससे क्या, उसमें हमारी आर्मी लगती है, उसको कंट्रोल करना पड़ता है, हमारे पैसे यूज होते हैं, वो भी हमारे बजट का ही सिस्टम है सर। बॉर्डर एरिया है, एम चाहिए, दरिया पार एक भी अच्छा हॉस्पिटल नहीं है, ना अमृतसर, गुरदासपुर, तरनतारन, पठानकोट, गुरदासपुर तक सर एम्स हॉस्पिटल चाहिए। स्पोर्ट्स सेंटर, सबसे ज्यादा स्पोर्ट्समैन अमृतसर से पैदा हुए हैं सर। सर एयरपोर्ट, कनाडा की फ्लाइट मांगते हुए हमें कितना समय हो गया है, तो टोरंटो के लिए डायरेक्ट फ्लाइट हो, लेकिन वो भी सर, ये बातें तो होनी चाहिए सर। ये स्मार्ट सिटी चाहिए सर। सर प्लीज सर, G20 हो गया, पैसा भी नहीं है सर उसके लिए दिया गया स्मार्ट सिटी के लिए सर। रेलवे का आपने अपने रखा है, रीगो ब्रिज है, रीगो ब्रिज बनने वाला है सर, उसकी ट्रैफिक की समस्या सारी, बहुत परेशानी है हमारे अमृतसर को, उसका भी नहीं कुछ हो रहा सर। हमारा कहना, हमारी बेनती इतनी है, अमृतसर जो बॉर्डर डिस्ट्रिक्ट है, पंजाब से ज्यादा बॉर्डर पाकिस्तान से लगता है, इसको एक अच्छा SEZ दीजिए, जो कर्ज है वो हमारा माफ कीजिए, चंडीगढ़ पंजाब को दीजिए, पानी के हमारे मसले हल कर दीजिए। पंजाब हमेशा देश के साथ खड़ा है।